ਹੌਬ ਗਲੋਬਲ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤ ਵਿਚਾਰ ਵਿੱਚ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤੁਸੀਂ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੀ ਕੌਮ ਨੂੰ ਚੰਗੇ ਰਾਗੀਆਂ, ਗ੍ਰੰਥੀਆਂ, ਪ੍ਰਚਾਰਕਾਂ ਦੀ ਸਦਾ ਜ਼ਰੂਰਤ ਰਹਿੰਦੀ ਹੈ। ਅਤੇ ਅੱਜ ਮੈਂ ਆਪ ਜੀ ਨੂੰ ਉਸ ਸ਼ਖਸੀਅਤ ਦੇ ਨਾਲ ਮਿਲਾ ਰਿਹਾ ਹਾਂ ਜਿਹੜੇ ਰਾਗੀ, ਗ੍ਰੰਥੀ ਅਤੇ ਪ੍ਰਚਾਰਕ ਬਣਾਉਣ ਦੀ ਸੇਵਾ ਕਰਦੇ ਹੈ, ਜਿਨ੍ਹਾਂ ਦੇ ਕੋਲ ਬੱਚੇ ਆਉਂਦੇ ਹੈ, ਗੁਰਮਤ ਦੀ ਵਿੱਦਿਆ ਪ੍ਰਾਪਤ ਕਰਦੇ ਆ ਔਰ ਇੱਥੋਂ ਅੱਗੇ ਫਿਰ ਜਾ ਕੇ ਥਾਂ ਥਾਂ 'ਤੇ ਉਹ ਗੁਰੂ ਘਰਾਂ ਵਿੱਚ ਰਾਗੀ ਸਿੰਘ ਵਜੋਂ, ਗ੍ਰੰਥੀ ਸਿੰਘ ਵਜੋਂ ਜਾਂ ਪ੍ਰਚਾਰਕ ਵਜੋਂ ਸੇਵਾ ਨਿਭਾਉਂਦੇ ਆ। ਮੇਰੀ ਮੁਰਾਦ ਹੈ ਸਰਦਾਰ ਪਿਆਰਾ ਸਿੰਘ ਜੀ, ਪ੍ਰਿੰਸੀਪਲ ਗੁਰਮਤ ਬਾਲ ਵਿਦਿਆਲਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਰਿਸ਼ੀਕੇਸ਼ ਤੋਂ, ਕਿਉਂਕਿ ਵੀਰ ਜੀ ਹੁਣੀ ਰਿਸ਼ੀਕੇਸ਼ ਦੀ ਧਰਤੀ 'ਤੇ ਗੁਰਮਤ ਬਾਲ ਵਿਦਿਆਲਾ ਜੋ ਉਹਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਆ। ਅਤੇ ਆਓ ਆਪਾਂ ਕਰਦੇ ਹਾਂ ਵਿਚਾਰਾਂ ਦੀ ਸਾਂਝ ਸਰਦਾਰ ਪਿਆਰਾ ਸਿੰਘ ਜੀ ਹੋਰਾਂ ਨਾਲ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਇਹ ਜਿਹੜਾ ਗੁਰਮਤ ਵਿਦਿਆਲਾ ਹੈ, ਇਸ ਨੇ ਬਹੁਤ ਨਾਮਵਰ ਰਾਗੀ ਸਿੰਘ, ਗ੍ਰੰਥੀ ਸਿੰਘ, ਕਥਾਵਾਚਕ ਸਾਡੀ ਕੌਮ ਨੂੰ ਦਿੱਤੇ ਹੈ। ਅਤੇ ਮੈਂ ਇਹ ਆਪ ਜੀ ਤੋਂ ਜਾਣਨਾ ਚਾਹਾਂਗਾ ਕਿ ਇਸ ਵਿਦਿਆਲੇ ਦੀ ਸ਼ੁਰੂਆਤ ਕਿਵੇਂ ਅਤੇ ਕਦੋਂ ਹੋਈ। ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰੀਏ ਕਿਉਂਕਿ ਜੋ ਵਿਦਿਆਲੇ 'ਚ ਤੁਸੀਂ ਸੇਵਾ ਨਿਭਾ ਰਹੇ। ਸ਼ੁਰੂਆਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਰਿਸ਼ੀਕੇਸ਼ ਜੋ ਗੁਰਦੁਆਰਾ ਸਾਹਿਬ ਬਣਿਆ ਹੈ 1960 ਦੇ ਵਿੱਚ ਤਿਆਰ ਹੋਇਆ ਸੀ ਜੀ। ਔਰ ਉਸ ਤੋਂ ਬਾਅਦ ਸਤਿਕਾਰਯੋਗ ਸਰਗਵਾਸੀ ਸਾਬਕਾ ਚੇਅਰਮੈਨ ਸਰਦਾਰ ਗੁਰਬਖਸ਼ ਸਿੰਘ ਜੀ ਬਿੰਦਰਾ ਜੀ, ਜਿਨ੍ਹਾਂ ਨੇ ਬੜੀ ਲੰਮਾ ਸਮਾਂ ਇੱਥੇ ਸੇਵਾ ਕੀਤੀ ਹੈ ਜੀ, ਉਹਨਾਂ ਦੇ ਮਨ 'ਚ ਇਹ ਵਿਚਾਰ ਆਈ ਕਿ ਕਿਉਂ ਨਾ ਇਸ ਪਛੜੇ ਹੋਏ ਇਲਾਕੇ ਨੂੰ ਜੀ ਗੁਰਮਤ ਦੇ ਨਾਲ ਜੋੜਿਆ ਜਾਵੇ। ਉਹਨਾਂ ਨੇ ਇਲਾਕੇ ਦੇ ਵਿੱਚ ਕਾਫੀ ਪਿੰਡਾਂ ਦਾ ਦੌਰਾ ਕੀਤਾ, ਜਿੱਥੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਸੰਪਰਕ ਕੀਤਾ, ਪਰਿਵਾਰਾਂ ਨਾਲ ਸੰਪਰਕ ਕੀਤਾ ਜੀ। ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਨਾਂ ਦੇ ਦਿਲ ਅੰਦਰ ਬੜੀ ਤਾਂਘ ਸੀ ਕਿ ਕਿਵੇਂ ਨਾ ਕਿਵੇਂ ਟਰੱਸਟ ਵੱਲੋਂ ਇਹ ਜਿਹੜਾ ਹੈ ਮਹਾਨ ਕਾਰਜ ਹੈ ਇਹ ਆਰੰਭਿਆ ਜਾਵੇ ਜੀ। ਤਾਂ ਸਾਰੇ ਟਰੱਸਟੀਆਂ ਦੀ ਰਾਏ ਮਸ਼ਵਰੇ ਤੋਂ ਬਾਅਦ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਨੇ 1976 ਦੇ ਵਿੱਚ ਗੁਰਮਤਿ ਸੰਗੀਤ ਬਾਲ ਵਿਦਿਆਲੇ ਦੀ ਸਥਾਪਨਾ ਕੀਤੀ ਔਰ ਇਲਾਕੇ ਦੇ ਤਕਰੀਬਨ 100 ਤੋਂ 150 ਦੇ ਕਰੀਬ ਜਿਹੜੇ ਇਹਦੇ ਨਾਲ ਪਿੰਡ ਸਨ ਜੁੜੇ, ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਪਰਿਵਾਰਾਂ ਦੇ ਗੈਰ ਸਿੱਖ, ਸਿੱਖ ਜੀ, ਸਾਰੇ ਹੀ ਪਰਿਵਾਰਾਂ ਦੇ ਬੱਚਿਆਂ ਨੇ ਇੱਥੇ ਆ ਕੇ ਐਡਮਿਸ਼ਨ ਲਈ ਔਰ ਉਹਨਾਂ ਦੇ ਵਿੱਚੋਂ ਨਾਮਵਾਰ ਰਾਗੀ ਪੈਦਾ ਹੋਏ ਜੀ। ਜਿੱਥੋਂ ਤੱਕ ਵੀਰ ਜੀ ਨੇ ਗੱਲ ਕੀਤੀ ਹੈ ਕਿ ਇੱਥੋਂ ਨਾਮਵਰ ਰਾਗੀ ਪੈਦਾ ਹੋਏ, ਮੈਂ ਸਾਧ ਸੰਗਤ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਇਸ ਵਿਦਿਆਲੇ ਨੇ ਸਾਡੀ ਕੌਮ ਨੂੰ ਬਹੁਤ ਵੱਡੇ ਵੱਡੇ ਰਾਗੀ ਸਿੰਘ ਦਿੱਤੇ ਹੈ। ਵੈਸੇ ਤਾਂ ਗੁਰੂ ਦੀ ਸਿਫਤ ਸਲਾਹ ਕਰਨ ਵਾਲਾ ਕੋਈ ਵੀ ਛੋਟਾ ਨਹੀਂ ਹੁੰਦਾ, ਇਹ ਚੀਜ਼ ਤਾਂ ਸਾਨੂੰ ਸਮਝਣੀ ਪਏਗੀ। ਜੋ ਗੁਰੂ ਦਾ ਜਸ ਕਰਦਾ ਹੈ ਉਹ ਸਾਰੇ ਹੀ ਵੱਡੇ ਹੈ, ਵੱਡੇ ਦੀ ਵਡਿਆਈ ਕਰਨ ਵਾਲੇ ਸਾਰੇ ਹੀ ਮਹਾਨ ਹੈ, ਪੂਜਨੀਕ ਹੈ, ਸਤਿਕਾਰਯੋਗ ਹੈ। ਪਰੰਤੂ ਫਿਰ ਵੀ ਆਪਾਂ ਹੁਣ ਵੀਰ ਜੀ ਹੁਣਾਂ ਤੋਂ ਇਹ ਜਾਣਦੇ ਹਾਂ ਕਿ ਜੋ ਇਹ ਗੁਰਮਤ ਬਾਲ ਵਿਦਿਆਲਾ ਹੈ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਵਿੱਚ ਚੱਲਦਾ ਹੈ, ਜਿਸ ਵਿੱਚ ਸਰਦਾਰ ਪਿਆਰਾ ਸਿੰਘ ਜੀ ਐਜ਼ ਏ ਪ੍ਰਿੰਸੀਪਲ ਸਾਹਿਬ ਸੇਵਾ ਨਿਭਾ ਰਹੇ ਆ। ਇਸ ਜਗ੍ਹਾ ਤੋਂ ਕਿਹੜੇ ਕਿਹੜੇ ਉਹ ਰਾਗੀ ਸਿੰਘ ਜਾਂ ਕਥਾਵਾਚਕ ਜਾਂ ਗ੍ਰੰਥੀ ਸਿੰਘ ਨਿਕਲ ਕੇ ਗਏ ਜਿਨ੍ਹਾਂ ਨੇ ਇਸ ਕੌਮ ਦੇ ਵਿੱਚ ਆਪਣੇ ਗੁਰਮਤ ਪ੍ਰਚਾਰ ਕਾਰਜਾਂ ਕਰਕੇ ਚੰਗੀ ਪਛਾਣ ਬਣਾਈ ਅਤੇ ਅੱਜ ਵੀ ਲੋਕਾਂ ਦੇ ਮਨਾਂ 'ਤੇ ਉਹ ਯਾਦ ਹੈ। ਉਹਨਾਂ ਦੇ ਇੱਕ ਵਾਰ ਨਾਮ ਜ਼ਰੂਰ ਲੈ ਦਿਓ ਜੀ। ਇੱਥੇ ਸ਼ੁਰੂਆਤ ਦੇ ਵਿੱਚ ਸੱਚਖੰਡ ਵਾਸੀ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਗੁਰਮਤ ਦੀ ਸੰਗੀਤ ਦੀ ਸਿੱਖਿਆ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਔਰ ਉਹਨਾਂ ਦੇ ਸਮੇਂ ਦੇ ਵਿੱਚ ਭਾਈ ਰਾਏ ਸਿੰਘ ਜੀ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹ ਇੱਥੋਂ ਦੀ ਦੇਣ ਨੇ ਜੀ। ਭਾਈ ਮਨਜੀਤ ਸਿੰਘ ਜੀ ਰਾਜਾ ਦੇਹਰਾਦੂਨ ਵਾਲੇ, ਭਾਈ ਜਰਨੈਲ ਸਿੰਘ ਜੀ ਮਹਿਕ ਦੇਹਰਾਦੂਨ ਵਾਲੇ ਜੀ, ਭਾਈ ਦਵਿੰਦਰ ਸਿੰਘ ਜੀ ਔਰ ਹੋਰ ਵੀ ਬੇਅੰਤ ਰਾਗੀ ਨੇ, ਭਾਈ ਮੋਹਕਮ ਸਿੰਘ ਜੀ ਪੌਂਟਾ ਸਾਹਿਬ ਵਾਲੇ, ਭਾਈ ਬਲਜੀਤ ਸਿੰਘ ਜੀ ਪੌਂਟਾ ਸਾਹਿਬ, ਭਾਈ ਹਰਭਜਨ ਸਿੰਘ ਜੀ ਪੌਂਟਾ ਸਾਹਿਬ ਵਾਲੇ। ਇਹ
ਨਾਮਵਾਰ ਰਾਗੀ ਨੇ ਜਿਹੜੇ ਇੱਥੋਂ ਨਿਕਲੇ ਨੇ। ਉਸ ਤੋਂ ਵੀ ਕਈ ਇਹੋ ਜਿਹੇ ਸ਼ਖਸੀਅਤਾਂ ਨੇ ਜਿਹੜੀਆਂ ਕੋਰਸ ਕਰਦਿਆਂ ਸਾਰ ਹੀ ਵਿਦੇਸ਼ਾਂ ਵਿੱਚ ਚਲੇ ਗਏ, ਜਿਨ੍ਹਾਂ ਦਾ ਸੰਪਰਕ ਸਾਡੇ ਨਾਲ ਨਹੀਂ ਬਣ ਰਿਹਾ ਤੇ ਉਹ ਕਾਫੀ ਸੇਵਾਵਾਂ ਨਿਭਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ। ਕਾਫੀ ਸਾਡੇ ਸਟੂਡੈਂਟ ਜਿਹੜੇ ਨੇ ਬੈਠੇ ਨੇ ਉਹ, ਔਰ ਇਸ ਇਲਾਕੇ ਨੂੰ ਟਰਸਟ ਵੱਲੋਂ ਐਡੀ ਵੱਡੀ ਦੇਣ ਹੈ ਜਿੱਥੇ ਆਰਥਿਕ ਪੱਖੋਂ ਇਹ ਵਿਦਿਆਰਥੀ ਉੱਚੇ ਹੋਏ ਨੇ ਜੀ, ਔਰ ਉੱਥੇ ਗੁਰਮਤ ਦੀ ਸਿੱਖਿਆ ਗ੍ਰਹਿਣ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਨੇ। ਔਰ ਬੜਾ ਵੱਡਾ ਯੋਗਦਾਨ ਹੈ ਟਰਸਟ ਦਾ ਜਿਹੜਾ ਇਲਾਕੇ ਦੇ ਵਿੱਚ 1975 ਦੇ ਵਿੱਚੋਂ ਪਾ ਰਹੇ ਨੇ, ਔਰ ਅੱਗੇ ਵੀ ਲਗਾਤਾਰ ਜਿਹੜਾ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਿਰੰਤਰ ਜਾਰੀ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ। ਵੀਰ ਜੀ, ਹੁਣ ਗੱਲ ਆਉਂਦੀ ਹੈ ਕਿ ਅੱਜ ਦੇ ਜ਼ਮਾਨੇ ਦੇ ਮੁਤਾਬਕ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਤੁਸੀਂ ਇਸ ਗੁਰਮਤ ਵਿਦਿਆਲੇ ਦੀ ਜਿਹੜੀ ਹੈ ਤੁਹਾਡੀ ਉਹ ਦਿਨਚਰਿਆ ਕਿਸ ਤਰ੍ਹਾਂ ਰਹਿੰਦੀ ਹੈ, ਕਿਉਂਕਿ ਕਿਵੇਂ ਇਹ ਬੱਚੇ ਹੈ ਜਿਹੜੇ ਇੱਥੇ ਟ੍ਰੇਨਿੰਗ ਪ੍ਰਾਪਤ ਕਰਦੇ ਹੈ, ਚਾਹੇ ਉਹ ਟ੍ਰੇਨਿੰਗ ਗੁਰੂ ਘਰ ਦੇ ਵਿੱਚ ਸੇਵਾ ਦੀ ਹੋਏ, ਚਾਹੇ ਉਹ ਟ੍ਰੇਨਿੰਗ ਐਜ਼ ਏ ਕੀਰਤਨ ਸਿੱਖਣ ਦੀ ਹੋਵੇ, ਸੰਥਿਆ ਲੈਣ ਦੀ ਹੋਵੇ ਗੁਰੂ ਘਰ 'ਚ, ਕਿਉਂਕਿ ਇਹਨਾਂ ਸੇਵਾਵਾਂ ਦੇ ਨਾਲ ਨਾਲ ਹੋਰ ਵੀ ਸੇਵਾਵਾਂ ਬਹੁਤ ਹੁੰਦੀਆਂ ਨੇ ਜਿਹੜੀਆਂ ਸਿੱਖਣੀਆਂ ਜ਼ਰੂਰੀ ਹੁੰਦੀਆਂ, ਜਿਨ੍ਹਾਂ 'ਚ ਅਸੀਂ ਕਹਿ ਦਈਏ ਲੰਗਰ ਦੀ ਸੇਵਾ ਹੋ ਸਕਦੀ ਹੈ, ਹੋਰ ਹੈ। ਇਹ ਬਹੁਤ ਜ਼ਰੂਰੀ ਐਸੈਂਸ਼ੀਅਲ ਹੈ ਕਿ ਜਿਸ ਨੇ ਗੁਰੂ ਘਰ 'ਚ ਸੇਵਾ ਕਰਨੀ ਹੈ ਉਹਨੂੰ ਸਰਬ ਪੱਖੀ ਗਿਆਨ ਹੋਣਾ ਚਾਹੀਦਾ। ਅਤੇ ਤੁਸੀਂ ਉਹ ਟ੍ਰੇਨਿੰਗ ਇੱਥੇ ਦਿੰਦੇ ਹੋ, ਇਹ ਟ੍ਰੇਨਿੰਗ ਦੀ ਜਿਹੜੀ ਤੁਹਾਡੀ ਦਿਨਚਰਿਆ ਰਹਿੰਦੀ ਹੈ ਉਹ ਕਿਸ ਤਰ੍ਹਾਂ ਰਹਿੰਦੀ ਹੈ ਅਤੇ ਕੀ ਟ੍ਰੇਨਿੰਗ ਹੁੰਦੀ? ਹਾਂਜੀ, ਜਿਹੜਾ ਸਾਡਾ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਂ ਸਾਰਣੀ ਹੈ, ਟਾਈਮ ਟੇਬਲ ਹੈ, ਉਹ ਇਸ ਤਰ੍ਹਾਂ ਹੈ ਕਿ ਅੰਮ੍ਰਿਤ ਵੇਲੇ ਹੁਣ ਗਰਮੀਆਂ ਦੇ ਵਿੱਚ ਅਸੀਂ 4 ਵਜੇ ਸਾਡੇ ਬੱਚੇ ਇਸ਼ਨਾਨ ਕਰਕੇ ਤਿਆਰ ਹੋ ਕੇ ਸ੍ਰੀ ਦਰਬਾਰ ਸਾਹਿਬ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਸਾਡੇ ਸਟੂਡੈਂਟ ਹੀ ਨਿਤਨੇਮ 5 ਬਾਣੀਆਂ ਦਾ ਨਿਤਨੇਮ ਕਰਦੇ ਨੇ, ਅਰਦਾਸ ਹੁਕਮਨਾਮਾ ਕਰਦੇ ਨੇ, ਔਰ ਉਪਰੰਤ ਆਸਾ ਦੀ ਵਾਰ ਦਾ ਕੀਰਤਨ 2 ਜਥੇ ਸਾਡੇ ਕਰਦੇ ਨੇ ਸਟੂਡੈਂਟਾਂ ਦੇ, ਅੱਧਾ 2 ਹਿੱਸਿਆਂ ਦੇ ਵਿੱਚ ਜੀ, ਅਤੇ 8:30 ਵਜੇ ਤੱਕ ਸਾਡੀ ਸਮਾਪਤੀ ਹੁੰਦੀ ਆਸਾ ਦੀ ਵਾਰ ਦੀ ਕੀਰਤਨ ਦੀ ਨਿਤਨੇਮ ਤੋਂ ਬਾਅਦ ਜੀ। ਔਰ ਇਹਨਾਂ ਹੀ ਵਿਦਿਆਰਥੀਆਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਬਣਾਉਣੀ ਹੁੰਦੀ ਹੈ, ਗੁਰੂ ਦਰਬਾਰ ਵਿੱਚ ਲੈ ਕੇ ਆਉਣੀ ਹੈ, ਮਹਾਰਾਜ ਦਾ ਸੁਖ ਆਸਨ ਕਰਨਾ ਹੈ, ਪ੍ਰਕਾਸ਼ ਕਰਨਾ ਹੈ, ਗ੍ਰੰਥੀ ਸਿੰਘਾਂ ਦੀ ਸਹਾਇਤਾ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਜੀ। ਅਸੀਂ ਇਹਨਾਂ ਬੱਚਿਆਂ ਨੂੰ, ਸਾਡੇ 2 ਗ੍ਰੰਥੀ ਸਿੰਘ ਨੇ, ਹੈੱਡ ਗ੍ਰੰਥੀ, ਮੀਤ ਗ੍ਰੰਥੀ, ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਜੋੜ ਕੇ ਰੱਖਦੇ ਹਾਂ। ਦਰਬਾਰ ਦੇ ਵਿੱਚ ਜਿੰਨੀ ਵੀ ਹੁੰਦੇ ਨੇ ਕੰਮ ਹੁੰਦੇ ਨੇ, ਜੋ ਵੀ ਅੰਦਰ ਪ੍ਰਕਾਸ਼ ਕਰਨਾ ਹੈ, ਰਮਾਲੇ ਲਾਉਣੇ ਨੇ, ਸਫਾਈ ਕਰਨੀ ਹੈ, ਉਹ ਸਾਰਾ ਜਿਹੜਾ ਕੰਮ ਹੈ ਉਹ ਬੱਚੇ ਗ੍ਰੰਥੀਆਂ ਦੀ ਹਾਜ਼ਰੀ ਦੇ ਵਿੱਚ ਕਰਦੇ ਨੇ, ਜਿੱਥੇ ਉਹਨਾਂ ਨੂੰ ਬੜਾ ਸੌਖੇ ਤਰੀਕੇ ਨਾਲ ਉਹਨਾਂ ਨੂੰ ਉਹ ਸਮਝ ਆ ਜਾਂਦੀ ਹੈ। ਇਸੇ ਤਰ੍ਹਾਂ ਹਰ ਅਸੀਂ ਬੱਚੇ ਨੂੰ ਜਿਹੜਾ ਸਵੇਰ ਤੋਂ, ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਨਾਸ਼ਤਾ ਕਰਾ ਕੇ, ਨਾਸ਼ਤੇ ਤੋਂ ਬਾਅਦ ਅਸੀਂ ਇਹ ਸਾਡੀਆਂ ਜਿਹੜੀਆਂ ਨੇ 8:30 ਤੋਂ ਕਲਾਸਾਂ ਜਿਹੜੀਆਂ ਨੇ ਸਕੂਲ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਨੇ ਵਿਦਿਆਲੇ ਵਿੱਚ, ਜਿਹਦੇ ਵਿੱਚ ਅਸੀਂ ਮੋਰਨਿੰਗ ਦੇ 2 ਘੰਟੇ ਦਾ ਜਿਹੜੇ 8:30 ਤੋਂ ਲੈ ਕੇ 11 ਵਜੇ ਤੱਕ ਸੰਗੀਤ ਦੀ ਸਿੱਖਿਆ ਦਿੰਦੇ ਹਾਂ। ਸਾਡੇ ਕੋਲ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਟੀਚਰ ਨੇ ਜੋ ਯੂਨੀਵਰਸਿਟੀ 'ਚੋਂ, ਪੰਜਾਬੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਨੇ, ਔਰ ਅੱਗੇ ਵੀ ਉਹ PhD ਕਰ ਰਹੇ ਨੇ। ਉਹ ਰਾਗਾਂ ਦੇ ਵਿੱਚ ਇਹ ਪਿਛਲੇ 6 ਸਾਲਾਂ ਤੋਂ ਲੈ ਕੇ ਅਸੀਂ ਨਾਲ ਤੰਤੀ ਸਾਜ਼ਾਂ ਦੀ ਜਿਹੜੀ ਹੈਗੀ ਸਿਖਲਾਈ ਉਹ ਵੀ ਸ਼ੁਰੂ ਕੀਤੀ ਹੋਈ ਹੈ। ਸਮੇਂ ਦੀ ਮੰਗ, ਲੋਕਾਂ ਦੀ ਮੰਗ ਅਜੋਕੇ ਸਮੇਂ ਦੇ ਵਿੱਚ, ਜਿਵੇਂ ਹੁਣ ਸ੍ਰੀ ਦਰਬਾਰ ਸਾਹਿਬ ਵੀ ਇੱਕ ਤੰਤੀ ਸਾਜ਼ ਵਾਲਾ ਸਿੰਘ ਬੈਠਦਾ ਹੈ, ਤਾਂ ਇਹ ਚੀਜ਼ਾਂ ਨੂੰ ਵੇਖ ਕੇ ਅਸੀਂ ਵੀ ਤੰਤੀ ਸਾਜ਼ਾਂ ਦੀ ਜਿਹੜੀ ਸਿੱਖਿਆ ਉਹ ਪਿਛਲੇ 6 ਸਾਲਾਂ ਤੋਂ ਸ਼ੁਰੂ ਕੀਤੀ ਹੋਈ ਹੈ। ਉਪਰੰਤ 2 ਘੰਟੇ ਸੰਗੀਤ ਦੀ ਕਲਾਸ ਤੋਂ ਉਪਰੰਤ ਫਿਰ ਸਾਡੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਸੰਥਿਆ ਦੀਆਂ, ਗੁਰਬਾਣੀ ਸੰਥਿਆ ਦੀਆਂ। ਗੁਰਬਾਣੀ ਸੰਥਿਆ ਦਾ ਸਾਡਾ ਜਿਹੜਾ ਹੈਗਾ ਹੈ ਡਿਵਾਈਡ ਕੀਤਾ ਹੋਇਆ ਅਸੀਂ ਸਿਲੇਬਸ। ਅਸੀਂ ਪਹਿਲੇ ਸਾਲ ਦੇ ਵਿੱਚ ਬੱਚਿਆਂ ਨੂੰ, ਜਦੋਂ ਸਾਡਾ ਕੋਲ ਬੱਚਾ ਆਉਂਦਾ ਹੈ, ਅਸੀਂ ਉਹਨੂੰ ਪੰਜਾਬੀ ਸਿਖਾਉਂਦੇ ਹਾਂ, ਲਿਖਣੀ, ਬੋਲਣੀ, ਪੜ੍ਹਾਉਣੀ, ਅੱਖਰਾਂ ਦਾ ਗਿਆਨ ਦਿੰਦੇ ਹਾਂ ਉਹਨਾਂ ਨੂੰ, ਅਤੇ ਨਾਲ 5 ਬਾਣੀਆਂ ਦਾ ਨਿਤਨੇਮ ਜਿਹੜਾ ਜ਼ਬਾਨੀ ਯਾਦ ਕਰਾਉਂਦੇ ਹਾਂ। ਉਸ ਤੋਂ ਬਾਅਦ ਅਸੀਂ 5 ਗ੍ਰੰਥੀ ਦੀ ਸੰਥਿਆ, ਅਗਲੇ ਸਾਲ ਦੂਸਰੇ ਸਾਲ ਅਸੀਂ ਉਹਨਾਂ ਨੂੰ ਭਗਤ ਬਾਣੀ ਪੋਥੀ ਅਤੇ 22 ਵਾਰਾਂ ਦੀ ਪੋਥੀ ਦੀ ਸੰਥਿਆ ਜਿਹੜੀ ਉਹ ਦਿੰਦੇ ਹਾਂ 1 ਸਾਲ ਦੇ ਵਿੱਚ। ਤੀਸਰੇ ਸਾਲ ਦੇ ਵਿੱਚ ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਭਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੀ ਸੈਂਚੀ, ਅਤੇ ਚੌਥੇ ਸਾਲ ਦੇ ਵਿੱਚ ਅਸੀਂ ਉਹਨਾਂ ਨੂੰ, 5ਵੇਂ ਸਾਲ ਦੇ ਵਿੱਚ ਅਸੀਂ ਉਹਨਾਂ ਨੂੰ ਦੂਜਾ ਭਾਗ ਜਿਹੜਾ ਪੜ੍ਹਾ ਦਿੰਦੇ ਹਾਂ। ਇੱਕ ਸਾਲ 'ਚ ਅਸੀਂ ਪਹਿਲਾ ਦੂਜਾ ਭਾਗ ਪੜ੍ਹਾਉਂਦੇ ਹਾਂ। ਪਹਿਲਾ ਭਾਗ 'ਚ 1 ਸਾਲ, ਦੂਜੇ ਸਾਲ 'ਚ 1 ਸਾਲ 'ਚ ਦੂਜਾ ਭਾਗ, ਅਤੇ 1 ਸਾਲ ਦੇ ਵਿੱਚ ਅਸੀਂ 2 ਪੋਥੀਆਂ ਪੜ੍ਹਾਉਂਦੇ ਹਾਂ, ਭਗਤ ਬਾਣੀ ਅਤੇ ਆਪਣੀ 22 ਵਾਰਾਂ। ਤੋ ਇਹਦੇ ਨਾਲ ਅਸੀਂ ਸ਼੍ਰੋਮਣੀ ਕਮੇਟੀ ਦੁਆਰਾ ਜਿਹੜੀਆਂ ਪ੍ਰਕਾਸ਼ਿਤ ਪੁਸਤਕਾਂ ਨੇ
ਧਰਮ ਪੋਥੀ ਨੰਬਰ 1 ਤੋਂ ਲੈ ਕੇ 10 ਤੱਕ, ਉਹ ਅਸੀਂ 5 ਸਾਲਾਂ ਦੇ ਸਿਲੇਬਸ ਦੇ ਨਾਲ ਡਿਵਾਈਡ ਕੀਤੀਆਂ ਹੋਈਆਂ ਨੇ। ਪਹਿਲੇ ਸਾਲ ਧਰਮ ਪੋਥੀ ਕਿਹੜੀ ਲਾਣੀ ਹੈ, ਦੂਸਰੇ ਸਾਲ, ਤੀਸਰੇ ਸਾਲ ਤੋਂ ਲਾਸਟ ਈਅਰ ਦੇ ਵਿੱਚ ਅਸੀਂ 9 ਤੇ 10 ਨੰਬਰ ਪੋਥੀ ਹੈ ਜਿਹੜੀ ਉਹ ਅਸੀਂ ਪੜ੍ਹਾਉਂਦੇ ਹਾਂ। ਅਤੇ ਨਾਲ ਦੀ ਨਾਲ ਅਸੀਂ ਸਿੱਖ ਮਿਸ਼ਨਰੀ ਕਾਲਜ ਦਾ ਜਿੰਨਾ ਵੀ ਲਿਟਰੇਚਰ ਹੈ ਹੁਣ ਤੱਕ ਛਪਿਆ ਹੈ ਉਹ ਵੀ ਸਾਰਾ ਅਸੀਂ ਨਾਲ ਪ੍ਰਸ਼ਨੋਤਰੀ ਨੰਬਰ 1 2 3 4 ਸਵਾਲ ਜਵਾਬ, ਚੋਣਵੀਆਂ ਸਾਖੀਆਂ, ਆਪਣੇ ਸ਼ਬਦਾਂ ਦੀ ਵਿਆਖਿਆ, ਚੋਣਵੇਂ ਸ਼ਬਦਾਂ ਦੀ ਵਿਆਖਿਆ, ਇਹ ਸਾਰਾ ਲਿਟਰੇਚਰ ਜਿਹੜਾ ਅਸੀਂ ਬੱਚਿਆਂ ਨੂੰ ਨਾਲ ਦੀ ਨਾਲ ਇਹ ਪੜ੍ਹਾਉਂਦੇ ਵੀ ਹਾਂ ਔਰ ਇਹਨਾਂ ਨੂੰ ਰਿਟਨ ਵੀ ਇਹਨਾਂ ਨੂੰ ਕਰਾਉਂਦੇ ਹਾਂ। ਔਰ ਸਾਲ ਦੇ ਵਿੱਚ ਅਸੀਂ ਮਈ ਦੇ ਵਿੱਚ ਅਸੀਂ ਐਡਮਿਸ਼ਨ ਕਰਨੇ ਆ ਬੱਚਿਆਂ ਦੀ, ਮਈ ਜੂਨ ਜੁਲਾਈ ਅਗਸਤ ਦੇ ਵਿੱਚ ਅਸੀਂ ਇਹਨਾਂ ਦਾ ਪਹਿਲਾ ਇੱਕ ਤਿਮਾਹੀ ਟੈਸਟ ਲੈਂਦੇ ਹਾਂ। ਜਿੰਨਾ ਅਸੀਂ ਕੰਮ ਕਰਾ ਚੁੱਕੇ ਹੁੰਦੇ ਹਾਂ 3 ਮਹੀਨਿਆਂ ਦੇ 'ਚ, ਉਹਦੇ ਵਿੱਚ ਅਸੀਂ ਇਹਨਾਂ ਦਾ ਰਿਟਨ ਟੈਸਟ ਲੈਂਦੇ ਹਾਂ। ਰਿਟਨ ਟੈਸਟ ਦੇ ਵਿੱਚ ਅਸੀਂ 3 ਪੇਪਰ ਬਣਾਏ ਹੋਏ ਨੇ, ਐਗਜ਼ਾਮ ਬਣਾਏ ਨੇ 3, ਇੱਕ ਇਤਿਹਾਸ, ਇੱਕ ਗੁਰਮਤਿ ਰਹਿਤ ਮਰਿਆਦਾ ਤੇ ਰਹਿਤ ਮਰਿਆਦਾ, ਜਿਹਦੇ ਵਿੱਚ ਗੁਰਬਾਣੀ ਦੇ ਸਵਾਲ ਪੁੱਛੇ ਜਾਂਦੇ ਨੇ, ਗੁਰਬਾਣੀ ਦੇ ਉਚਾਰਨ ਬਾਰੇ, ਗੁਰਬਾਣੀ ਦੇ ਮੁਤਲਕ ਸਵਾਲ ਪੁੱਛੇ ਜਾਂਦੇ ਨੇ। ਔਰ ਤੀਸਰਾ ਪੇਪਰ ਸਾਡਾ ਜਿਹੜਾ ਹੈ ਉਹ ਸੰਗੀਤ ਦਾ ਹੁੰਦਾ। ਸੰਗੀਤ ਦੇ ਵਿੱਚ ਅਸੀਂ, ਸਾਡੇ ਕੋਲ ਜਿਹੜਾ ਤਬਲਾ ਟੀਚਰ ਹੈ ਉਹ ਵੀ ਅੱਛਾ, ਬਹੁਤ ਹੀ ਸੂਝਵਾਨ ਹੈ, ਬੜੇ ਸੁਚੱਜੇ ਢੰਗ ਨਾਲ ਸਿਖਾ ਰਿਹਾ ਹੈ। ਤੋ ਇਹ ਸਾਰੀ ਪੜ੍ਹਾਈ ਦੇ ਨਾਲ ਨਾਲ ਅਸੀਂ ਨਿਤਨੇਮ ਦੀਆਂ ਜਿਹੜੀਆਂ 5 ਬਾਣੀਆਂ ਨੇ ਉਹ ਪਹਿਲੇ ਸਾਲ ਜ਼ਬਾਨੀ ਯਾਦ ਕਰਾਉਂਦੇ ਹਾਂ। ਫਿਰ ਅਗਲੇ ਸਾਲ ਅਸੀਂ ਪਲੱਸ ਕਰਾਈ ਜਾਂਦੇ ਹਾਂ। ਜਦੋਂ ਬੱਚੇ ਨੇ 5 ਗ੍ਰੰਥੀ ਪੜ੍ਹ ਲਈ, ਇੱਕ ਬਾਣੀ ਹੋਰ ਨਾਲ ਯਾਦ ਕਰਾਤੀ। ਜਦੋਂ ਉਹ ਪਹਿਲੀ ਸੈਂਚੀ 'ਚ ਆ ਗਿਆ, 2 ਬਾਣੀਆਂ ਹੋਰ ਯਾਦ ਕਰਾਤੀਆਂ, ਦੂਜੀ 'ਚ ਹੋਰ ਕਰਾਤੀਆਂ। ਸੋ ਕੁੱਲ ਮਿਲਾ ਕੇ 10-12 ਬਾਣੀਆਂ ਸਾਡੇ ਬੱਚਿਆਂ ਨੂੰ ਜ਼ਬਾਨੀ ਕੰਠ ਹੁੰਦੀਆਂ ਨੇ। ਔਰ ਆਸਾ ਦੀ ਵਾਰ, ਆਰਤੀ, ਜਿਹੜੇ ਸ਼ਬਦ ਅਸੀਂ ਬੱਚਿਆਂ ਨੂੰ ਸੰਗੀਤ ਤੇ ਟੀਚਰ ਨੇ ਕਰਾਉਣੇ ਨੇ ਉਹ ਵੀ ਪਹਿਲਾਂ ਜ਼ਬਾਨੀ ਕੰਠ ਕਰਾਉਣੇ ਆ। ਬਾਕਾਇਦਾ ਉਹਨਾਂ ਦੀ ਸੰਥਿਆ ਸਪੈਸ਼ਲ ਕਰਾਈ ਜਾਂਦੀ ਹੈ, ਉਹਦਾ ਵਿਸ਼ਰਾਮ, ਉਹਦਾ ਉਚਾਰਨ ਦੱਸਿਆ ਜਾਂਦਾ ਹੈ ਤਾਂ ਕਿ ਬੱਚਾ ਸਟੇਜ 'ਤੇ ਕੋਈ ਮਿਸਟੇਕ ਨਾ ਕਰੇ। ਸਾਧ ਸੰਗਤ ਜੀ, ਇੱਥੇ ਇੱਕ ਚੀਜ਼ ਜੋ ਮੇਰੇ ਮਾਈਂਡ 'ਚ ਆ ਰਹੀ ਹੈ, ਜਦ ਵੀਰ ਜੀ ਹੁਣੀ ਇਹ ਚੀਜ਼ਾਂ ਦੱਸ ਰਹੇ ਸੀ ਅਤੇ ਮੈਂ ਸੋਚ ਰਿਹਾ ਸੀਗਾ ਕਿ ਇਹਨਾਂ ਬੱਚਿਆਂ ਦੀ ਜੋ ਟ੍ਰੇਨਿੰਗ ਹੈ ਉਹ ਵੀ ਕਮਾਂਡੋਜ਼ ਵਾਂਗ, ਫੌਜ ਵਾਂਗ, ਜਾਂ ਅਸੀਂ ਇਹ ਕਹਿ ਲਈਏ ਕਿ ਇੱਕ CA ਜਾਂ ਇੰਜੀਨੀਅਰ ਦੀ ਵੀ ਟ੍ਰੇਨਿੰਗ ਹੈ ਜਿਹੜੀ ਉਹ 4-5 ਸਾਲ ਦੀ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਜੋ ਗੁਰਮਤ ਵਿਦਿਆਲਿਆਂ 'ਚੋਂ ਪੜ੍ਹ ਕੇ ਆਉਣ ਵਾਲੇ ਬੱਚੇ ਨੇ ਉਹਨਾਂ ਨੇ ਕੁਝ ਨਹੀਂ ਸਿੱਖਿਆ ਹੁੰਦਾ। ਬੜੀ ਜ਼ਬਰਦਸਤ, ਬੜੀ ਸਖਤ ਟ੍ਰੇਨਿੰਗ ਹੈ ਜੋ ਆਪ ਜੀ ਨੇ ਸੁਣਿਆ ਹੈ। ਇਹਨਾਂ ਵਿਦਿਆਲਿਆਂ 'ਚੋਂ ਬੱਚੇ ਇਹ ਲੈ ਕੇ ਆਉਂਦੇ ਹੈ ਅਤੇ ਸਾਡੀ ਕੌਮ ਦੀ ਸੇਵਾ ਕਰਨ ਦੇ ਵਾਸਤੇ ਅੱਗੇ ਆਉਂਦੇ ਆ। ਮੇਰਾ ਅੱਗੇ ਇੱਕ ਹੋਰ ਇਹ ਜਿਹੜੀ ਚੀਜ਼ ਹੈ ਇਹਦੇ 'ਚ ਸਵਾਲ ਇਹ ਰਹੇਗਾ, ਮੈਂ ਜਿਸ ਤਰ੍ਹਾਂ ਪਹਿਲੇ ਵੀ ਵਿੱਚ ਦੱਸ ਚੁੱਕਾ ਆਪਣੇ ਦਰਸ਼ਕਾਂ ਨੂੰ ਕਿ ਜੋ ਬੱਚੇ ਤੁਹਾਡੇ ਕੋਲੋਂ ਪੜ੍ਹ ਕੇ ਜਾਂਦੇ ਆ, ਇਹਨਾਂ ਦੀ ਟ੍ਰੇਨਿੰਗ, ਇਹਦਾ ਮਤਲਬ ਕੋਈ ਘੱਟ ਨਹੀਂ ਹੈ, ਕੋਈ ਕਮੀ ਨਹੀਂ ਕਿਸੇ ਵੀ ਪੱਖੋਂ ਰਹਿ ਰਹੀ। ਤੁਸੀਂ ਜਿੰਨਾ ਕੁਛ ਇੰਨੀ ਕੀ ਟ੍ਰੇਨਿੰਗ ਹੈ ਜਿਹੜੀ ਉਹ ਇੱਕ CA ਇੰਜੀਨੀਅਰ ਦੀ ਜਾਂ ਇੱਕ ਕਮਾਂਡੋ ਦੀ ਹੁੰਦੀ ਹੈ, ਆਰਮੀ ਵਾਲਿਆਂ ਦੀ ਹੁੰਦੀ ਹੈ। ਉਸ ਤੋਂ ਬਾਅਦ ਹੁਣ ਸਵਾਲ ਇਹ ਆਉਂਦਾ ਹੈ ਕਿ ਜਿਵੇਂ ਇੱਕ CA ਹੈ, ਇੱਕ ਇੰਜੀਨੀਅਰ ਹੈ ਜਾਂ ਇੱਕ ਡਾਕਟਰ ਹੈ, ਉਹਨਾਂ ਨੂੰ ਸਿਰਫ 1 ਜਾਂ 2 ਬੰਦੇ ਹੀ ਮਤਲਬ ਕਿ ਸੰਭਾਲਣ ਵਾਲੇ ਹੁੰਦੇ ਆ, ਕਿਉਂਕਿ ਇੱਕ CA ਹੈ ਜਿਸ ਕੰਪਨੀ 'ਚ ਲੱਗੇਗਾ, ਇੱਕ ਉਸ ਕੰਪਨੀ ਦਾ ਮਾਲਕ ਹੈ ਉਹ ਸੰਭਾਲ ਲੇਗਾ। ਇੱਕ ਡਾਕਟਰ ਹੈ ਜਿਸ ਹਸਪੀਟਲ 'ਚ ਲੱਗੇਗਾ, ਇੱਕ ਉਹਦਾ ਮਾਲਕ ਹੈ ਉਹ ਸੰਭਾਲ ਲੇਗਾ। ਪਰ ਜਿਹੜੇ ਸਾਡੇ ਰਾਗੀ ਗ੍ਰੰਥੀ ਪ੍ਰਚਾਰਕ ਹੈ, ਇਹਨਾਂ ਨੂੰ ਸੰਭਾਲਣ ਵਾਲਾ ਇੱਕ ਨਹੀਂ, ਸਮੁੱਚੀ ਸੰਗਤ ਇਹਨਾਂ ਦੇ ਬੈਕ 'ਤੇ ਹੈ, ਕਿਉਂਕਿ ਜਿਸ ਗੁਰੂ ਘਰ 'ਚ ਇਹਨਾਂ ਲੱਗਣਾ ਹੈ, ਘੱਟੋ ਘੱਟ ਉਸ ਗੁਰੂ ਘਰ ਦੇ ਨਾਲ 200-400 ਪਰਿਵਾਰ ਜੁੜਿਆ ਹੋਣਾ। ਅਤੇ ਮੈਂ ਹੁਣ ਤੁਹਾਡੇ ਅੱਗੇ ਇੰਨੀ ਸਖਤ ਟ੍ਰੇਨਿੰਗ ਤੋਂ ਬਾਅਦ ਕੀ ਤੁਹਾਡੇ ਜੋ ਬੱਚੇ ਨੇ ਉਹਨਾਂ ਦੀ ਜਿਹੋ ਜਿਹੀ ਟ੍ਰੇਨਿੰਗ ਹੁੰਦੀ ਹੈ ਉੱਦਾਂ ਦੀ ਉਹਨਾਂ ਨੂੰ ਬਾਹਰ ਜਾ ਕੇ ਮਾਰਕੀਟ 'ਚ ਕਦਰ ਵੀ ਪੈਂਦੀ ਹੈ, ਜਾਂ ਕਦਰ ਦੇ ਵਿੱਚ ਕਿਤੇ ਕਮੀ ਅੱਜ ਦੇ ਜ਼ਮਾਨੇ 'ਚ ਨਜ਼ਰ ਆ ਰਹੀ ਹੈ, ਜਾਂ ਪੂਰੀ ਕਦਰ ਪੈ ਰਹੀ ਸਭ ਬੱਚਿਆਂ ਨੂੰ? ਦੇਖੋ ਜੀ, ਜਿਹੜਾ ਵਿਦਿਆਰਥੀ ਸਾਡੇ ਕੋਲੋਂ ਪੂਰੇ 5 ਸਾਲ ਕੋਰਸ ਕਰਕੇ ਜਾਂਦਾ ਹੈ, ਮੈਂ ਅੱਜ ਵੀ ਤੁਹਾਨੂੰ ਮਿਲਾਵਾਂਗਾ। ਸਾਡੇ ਕੋਲ ਐਸੇ ਬੱਚੇ ਨੇ ਜਿਨ੍ਹਾਂ ਨੂੰ ਅੱਜ ਵੀ ਤੁਸੀਂ ਸਵੇਰੇ ਪੁੱਛੋ 20 ਬਾਣੀਆਂ ਤੋਂ ਉੱਤੇ ਗੁਰਬਾਣੀ ਯਾਦ ਹੈ, 20 ਬਾਣੀਆਂ ਯਾਦ ਨੇ, ਜਿਹਦੇ ਵਿੱਚ ਕਬੀਰ ਫਰੀਦ ਦੇ ਸਲੋਕ ਹੋ ਗਏ, ਸਵਈਏ ਹੋ ਗਏ, ਬਸੰਤ ਦੀ ਵਾਰ ਹੋ ਗਈ, ਫੁਨੇ ਹੋ ਗਏ, ਗਾਥਾ ਹੋ ਗਈ, ਕਾਫੀ ਬਾਣੀਆਂ ਯਾਦ ਨੇ ਉਹਨਾਂ ਨੂੰ। ਅਤੇ ਬੱਚੇ, ਅਸੀਂ ਜਿਹੜਾ ਸਾਡੇ ਕੋਲ 5 ਸਾਲ ਦਾ ਪੂਰਾ ਕੋਰਸ ਕਰਕੇ ਜਾਂਦਾ ਹੈ, ਅਨੁਸ਼ਾਸਨ ਦੇ ਵਿੱਚ ਰਹਿ ਕੇ ਜੋ ਅਸੀਂ ਸਿਖਾ ਰਹੇ ਹਾਂ ਉਹਨੂੰ ਬੜੇ ਧਿਆਨ ਦੇ ਨਾਲ ਉਹ ਮਿਹਨਤ ਨਾਲ ਕਰ ਰਿਹਾ ਹੈ।
ਔਰ ਉਹ ਸਰਟੀਫਿਕੇਟ ਲੈ ਕੇ ਸਾਡੇ ਕੋਲ ਜਾਂਦਾ। ਮੈਨੂੰ ਨਹੀਂ ਮਿਹਨਤ ਕਿ ਉਹ ਕਿਤੇ ਉਹ ਵਿਹਲਾ ਫਿਰਦਾ ਹੋਵੇ, ਜ਼ਰੂਰ ਉਹਨੂੰ ਕੋਈ ਨਾ ਕੋਈ ਚੰਗੀ ਸਥਾਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਮਿਲਦਾ ਔਰ ਉਹਦੀ ਕਦਰ ਹੁੰਦੀ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ, ਇਹ ਇਸ ਯੂਪੀ ਔਰ ਉੱਤਰਾਖੰਡ ਦੇ ਵਿੱਚ ਸਭ ਤੋਂ ਪੁਰਾਣਾ ਵਿਦਿਆਲਾ ਹੈ ਜੀ। ਤੋ ਇਹਦਾ ਨਾਂ ਹੀ ਇੰਨਾ ਹੈ ਕਿ ਇੱਥੇ ਸਾਨੂੰ ਇਹੋ ਜਿਹਾ ਕਦੀ ਅੱਜ ਤੱਕ ਕੋਈ ਲਾਂਭਾ ਕਿਸੇ ਪਾਸੋਂ ਆਇਆ ਹੀ ਨਹੀਂ। ਸਾਡੇ ਕੋਲ ਕਈ ਫੋਨ ਆਉਂਦੇ ਨੇ, ਪਿੱਛੇ ਜੀ ਮੈਨੂੰ ਲਖਨਊ ਤੋਂ, ਕਾਨਪੁਰ ਤੋਂ ਫੋਨ ਆਏ ਸੀਗੇ। ਇੱਕ ਸਾਡਾ ਸਟੂਡੈਂਟ ਕੀਨੀਆ ਬੈਠਾ, ਮੈਨੂੰ ਉੱਥੋਂ ਫੋਨ ਆਇਆ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਕਿ ਇਹ ਸਟੂਡੈਂਟ ਜਿਹੜਾ ਜੀ ਅਸੀਂ ਇਹਨੂੰ ਬੁਲਾਇਆ ਹੈ ਅਤੇ ਇਹਦੇ ਬਾਰੇ ਤੁਸੀਂ ਕੁਝ ਦੱਸੋਗੇ। ਮੈਂ ਉਹਦੇ ਬਾਰੇ ਜੋ ਵੀ ਮੇਰੇ ਕੋਲ ਰਿਕਾਰਡ ਸੀ ਉਹਦੇ ਬਾਰੇ ਮੈਂ ਉਹਨੂੰ ਦੱਸਿਆ ਵੀ ਠੀਕ ਪੜ੍ਹ ਕੇ ਗਿਆ, ਵਧੀਆ ਨੰਬਰ ਲੈ ਕੇ ਗਿਆ। ਸੋ ਅਸੀਂ ਜੱਥੇ ਭੇਜਨੇ ਹਾਂ, ਬਸ਼ਰਤੇ ਕਿ ਵਿਦਿਆਰਥੀ ਜਿਹੜਾ ਕਈ ਵਾਰੀ ਭਟਕ ਜਾਂਦਾ ਹੈ ਜੀ, ਥੋੜ੍ਹੇ ਜਿਹੇ ਲਾਲਚ ਪਿੱਛੇ ਭਟਕ ਜਾਂਦਾ ਹੈ। ਉਹ ਅੱਜ ਦੇਖੋ, ਅੱਜ 4 ਪੈਸੇ ਘੱਟ ਮਿਲ ਰਹੇ ਨੇ, ਤੁਸੀਂ ਕੱਲ੍ਹ ਨੂੰ ਵੱਧ ਵੀ ਮਿਲਣਗੇ, ਉੱਥੇ ਹੀ ਮਿਲਣਗੇ। ਤਾਂ ਕਿਤੇ ਨਾ ਕਿਤੇ ਭਟਕ ਜਾਂਦਾ ਹੈ, ਕਿਤੇ ਨਾ ਕਿਤੇ ਉਹ ਉਲਝ ਜਾਂਦਾ ਹੈ ਅਤੇ ਉਹ ਥੋੜ੍ਹਾ ਜਿਹਾ ਅਪਸੈਟ ਹੋ ਜਾਂਦਾ। ਨਹੀਂ ਤਾਂ ਜਿੰਨੇ ਜਥੇ ਸਾਡੇ ਕੋਲ ਗਏ ਨੇ ਬਾਕਾਇਦਾ, ਬੜੇ ਪਿੱਛੇ ਅਸੀਂ ਹੁਣ ਗੁੜਗਾਵਾਂ ਇੱਕ ਜਥਾ ਭੇਜਿਆ ਹੈ, ਦਿੱਲੀ ਦੇ ਕੋਲ, ਉੱਥੇ ਭੇਜਿਆ। ਨਾਲ 2 ਜਥੇ ਭੇਜੇ ਨੇ, ਪਾਣੀਪਤ ਸਾਡੇ ਜਿੱਥੇ ਨੇ 3 ਸਾਡੇ ਵਿਦਿਆਰਥੀਆਂ ਦੇ ਜਥੇ ਜਿਹੜੇ ਨੇ ਪਾਉਂਟਾ ਸਾਹਿਬ ਨੇ। ਤਾਂ ਇਹ ਐਸੀ ਕੋਈ ਗੱਲ ਨਹੀਂ, ਜਿਹੜੇ ਬੱਚੇ ਕੰਪਲੀਟ ਹੋ ਕੇ ਨਿਕਲਦੇ ਨੇ, ਕੋਰਸ ਪੂਰਾ ਕਰਕੇ ਨਿਕਲਦੇ ਨੇ, ਉਹਨਾਂ ਨੂੰ ਅੱਛੀ ਜਗ੍ਹਾ ਮਿਲਦੀ। ਔਰ ਸਾਡਾ ਉਹ ਜਦੋਂ ਨਾਂ ਲੈਂਦੇ ਨੇ ਜਾ ਕੇ, ਸਾਡਾ ਸਰਟੀਫਿਕੇਟ ਵਿਖਾਉਂਦੇ ਨੇ ਟਰਸਟ ਦਾ, ਅਤੇ ਬੜਾ ਉਹ ਪਿਆਰ ਦਿੰਦੇ ਨੇ, ਬੜਾ ਸਤਿਕਾਰ ਦਿੰਦੇ ਨੇ, ਕਹਿੰਦੇ ਨੇ ਠੀਕ ਹੈ ਜੀ, ਉੱਥੋਂ ਦੇ ਬੱਚੇ ਬਹੁਤ ਅੱਛਾ ਕੀਰਤਨ ਕਰਦੇ ਨੇ, ਸੋਹਣਾ ਕਰਦੇ ਨੇ। ਕਿਤੇ ਨਾ ਕਿਤੇ ਬੱਚਾ ਖੁਦ ਕਿਤੇ ਭੜਕ ਜਾਏ ਤਾਂ ਇੱਧਰ ਉੱਧਰ ਹੋ ਜਾਏ, ਵੱਖਰੀ ਗੱਲ ਹੈ, ਨਹੀਂ ਤਾਂ ਐਸੀ ਕੋਈ ਨਹੀਂ, ਸਾਰੇ ਬੱਚੇ ਸੈੱਟ ਨੇ। ਵਾਕਿਆ ਹੀ ਉਹ ਤਾਂ ਕਿਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜੇ 100 ਸੇਬ ਦੀ ਟੋਕਰੀ ਖਰੀਦੀ ਹੈ ਅਤੇ ਜ਼ਰੂਰੀ ਨਹੀਂ ਕਿ ਉਹਦੇ ਵਿੱਚ 100 ਹੀ ਸੇਬ ਚੰਗਾ ਨਿਕਲੇ। ਸਕੂਲਾਂ ਕਾਲਜਾਂ ਦੇ ਵਿੱਚ ਕਿਤੇ ਕੁਛ ਜਿਹੜਾ ਵਾ ਬੱਚਾ ਇੱਕ ਅੱਧਾ ਹੋ ਸਕਦਾ, ਨਹੀਂ ਤਾਂ ਆਲਮੋਸਟਲੀ ਅਸੀਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਿ ਇਸ ਵਿਦਿਆਲੇ ਨੇ ਭਾਈ ਕੰਵਰਪਾਲ ਸਿੰਘ ਜੀ, ਭਾਈ ਖੜਕ ਸਿੰਘ ਜੀ, ਕੁਛ ਕੁ ਨੂੰ ਮੈਂ ਵੀ ਜਾਣਦਾ ਹਾਂ, ਜਾਂ ਵੀਰ ਜੀ ਉਹਨਾਂ ਦੱਸਿਆ ਹੈ ਭਾਈ ਰਾਏ ਸਿੰਘ ਜੀ, ਇੰਨੇ ਵੱਡੇ ਵੱਡੇ ਰਾਗੀ ਜਥੇ ਹੈ ਜਿਹੜੇ ਉਹ ਇਸ ਜਗ੍ਹਾ ਤੋਂ ਜਿਹੜੇ ਹੈ ਉਹ ਨਿਕਲ ਕੇ ਗਏ ਆ ਔਰ ਉਹਨਾਂ ਨੇ ਅੱਗੇ ਜਾ ਕੇ ਇੱਥੋਂ ਟ੍ਰੇਨਿੰਗ ਲੈ ਕੇ ਸੰਗਤ ਦੀ ਜੋ ਸੇਵਾ ਕੀਤੀ ਹੈ, ਕੀਰਤਨ ਦੇ ਖੇਤਰ 'ਚ ਜੋ ਸੰਗਤ ਦਾ ਪਿਆਰ ਲਿਆ। ਕਿਉਂਕਿ ਬਹੁਤ ਸਾਰੇ ਰਾਗੀ ਤੁਹਾਡੇ ਜਿਹੜੇ ਉਹ ਦਰਬਾਰ ਸਾਹਿਬ 'ਚ ਐਜ਼ ਏ ਹਜ਼ੂਰੀ ਰਾਗੀ ਵੀ ਇੱਥੋਂ ਸਿੱਖ ਕੇ ਕੰਮ ਕਰ ਰਹੇ ਹੈ, ਬਹੁਤ ਅੱਛੀ ਇਹ ਜਿਹੜੀ ਹੈ ਸੇਵਾਵਾਂ ਨਿਭਾ ਰਹੇ ਹੈ। ਹੁਣ ਮੇਰਾ ਇੱਕ ਸਵਾਲ ਹੋਰ ਵੀ ਵੀਰ ਜੀ ਆਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਰੁਝਾਨ ਇਸ ਪੱਖ ਤੋਂ ਘਟ ਰਿਹਾ ਮੈਨੂੰ ਲੱਗਦਾ ਹੈ, ਕਿਉਂਕਿ ਜੋ ਬੱਚੇ ਨੂੰ ਸੁਵਿਧਾਵਾਂ ਮਿਲ ਜਾਂਦੀਆਂ ਉਹ ਇਹ ਕਹਿੰਦਾ ਜੀ ਮੈਂ ਡਾਕਟਰ ਬਣਨਾ, ਮੈਂ ਇੰਜੀਨੀਅਰ ਬਣਨਾ, ਮੈਂ ਵਕੀਲ ਬਣਨਾ। ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਵਕੀਲ ਨਾ ਬਣੇ, ਡਾਕਟਰ ਨਾ ਬਣੇ, ਇੰਜੀਨੀਅਰ ਨਾ ਬਣੇ, ਕਿਉਂਕਿ ਕਈ ਵਾਰ ਸਾਡੇ ਇੱਥੇ ਇਹ ਵੀ ਸਿਚੁਏਸ਼ਨ ਆਉਂਦੀ ਮੈਂ ਦੇਖੀ ਹੈ ਕਿ ਗੁਰੂ ਘਰਾਂ ਦੇ ਵਿਦਿਆਲਿਆਂ 'ਚੋਂ ਕੁਝ ਬੱਚੇ ਸਿੱਖ ਕੇ ਤੇ ਕੀਰਤਨ ਗਏ, ਪਰ ਉਦੋਂ ਬਾਅਦ ਉਹ ਗਾਇਕ ਬਣ ਗਏ, ਉਹਨਾਂ ਨੇ ਲਾਈਨ ਬਦਲ ਲਈ। ਇਹ ਸਾਰੀਆਂ ਚੀਜ਼ਾਂ 'ਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਆਉਣ ਵਾਲੀ ਜੋ ਯੂਥ ਜਨਰੇਸ਼ਨ ਹੈ, ਕਿਉਂਕਿ ਗੁਰੂ ਘਰਾਂ ਦੀ ਸੇਵਾ ਲਈ ਜੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਰੁਝਾਨ ਘਟੇਗਾ ਤੇ ਕੌਣ ਸੰਭਾਲੇਗਾ? ਕਿਉਂਕਿ ਗੁਰੂ ਘਰ ਤੇ ਆਪਾਂ ਨੂੰ ਹੀ ਸੰਭਾਲਣੇ ਪੈਣੇ ਆ, ਉਹਦੇ ਲਈ ਤੁਸੀਂ ਇਹ ਤਿਆਰ ਕਰ ਰਹੇ ਹੋ। ਅਤੇ ਤੁਹਾਨੂੰ ਕੀ ਲੱਗਦਾ ਹੈ ਖਾਸ ਕਰਕੇ ਪੰਜਾਬ ਦੇ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਉਹ ਕਿੰਨੇ ਕਿੱਧਰ ਇੰਟਰਸਟਿਡ ਹੈ ਔਰ ਇੱਧਰ ਵਾਲੇ ਕਿੰਨੇ ਕੁ ਇੰਟਰਸਟਿਡ ਹੈ? ਬੱਚਿਆਂ ਦਾ ਇੰਟਰਸਟ ਨਵੀਂ ਜੋ ਆਉਣ ਵਾਲੀ ਯੂਥ ਜਨਰੇਸ਼ਨ ਹੈ ਉਹ ਕਿੱਦਾਂ ਦਾ ਦਿਸਦਾ ਹੈ? ਇਹ ਬੜੇ ਤੁਹਾਡਾ ਸਵਾਲ ਜਿਹੜਾ ਬਹੁਤ ਹੀ ਮਹੱਤਵਪੂਰਨ ਹੈ ਕਿ ਕੁਝ ਸਾਡੇ ਨੌਜਵਾਨ ਬੱਚੇ ਗੁਰਮਤਿ ਦੀ ਸਿੱਖਿਆ ਹਾਸਲ ਕਰ ਵੀ ਲੈਂਦੇ ਨੇ, ਅੱਛੇ ਰਾਗੀ ਵੀ ਬਣ ਜਾਂਦੇ ਨੇ, ਅਤੇ ਜਦੋਂ ਵਿਦੇਸ਼ ਦੇ ਵਿੱਚ ਉਹ ਇਸੇ ਬੇਸ 'ਤੇ ਬਾਹਰ ਜਾਂਦੇ ਨੇ ਤਾਂ ਉੱਥੇ ਜਦੋਂ ਆਪਣੇ ਆਲੇ ਦੁਆਲੇ ਨੂੰ ਵੇਖਦੇ ਨੇ, ਜੋ ਸਾਡੇ ਅੱਜ ਕੱਲ੍ਹ ਸਮਾਜ ਦੇ ਵਿੱਚ ਇੱਕ ਭੱਜ ਦੌੜ ਲੱਗੀ ਹੋਈ ਹੈ ਮਾਇਆ ਇਕੱਠੀ ਕਰਨ ਦੀ, ਉਹ ਜਦੋਂ ਆਲੇ ਦੁਆਲੇ ਨੂੰ ਵੇਖਦੇ ਨੇ, ਫਲਾਣੇ ਬੰਦੇ ਕੋਲ ਗੱਡੀ ਬੜੀ ਮਹਿੰਗੀ ਹੈ, ਫਲਾਣੇ ਕੋਲ ਬੰਗਲਾ ਬੜਾ ਤਗੜਾ ਹੈ, ਤਾਂ ਉਹ ਪ੍ਰਭਾਵਿਤ ਹੋ ਜਾਂਦੇ ਨੇ ਵੀ ਅਸੀਂ ਵੀ ਇਹਨਾਂ ਦਾ ਮੁਕਾਬਲਾ ਕਰੀਏ, ਅਸੀਂ ਇਹਨਾਂ ਵਰਗੇ ਹੋਈਏ, ਅਸੀਂ ਇੰਨਾ ਪੈਸਾ ਇਕੱਠਾ ਕਰੀਏ। ਉੱਥੇ ਬਹੁਤਾਤ ਉਹਨਾਂ ਲੋਕਾਂ ਦੀ ਹੁੰਦੀ ਹੈ, ਫਿਰ ਉਹ ਪ੍ਰਭਾਵਿਤ ਹੋ ਕੇ ਉਹ ਆਪਣਾ ਰਸਤਾ ਜਿਹੜਾ ਉਹ ਬਦਲ ਲੈਂਦੇ ਨੇ ਜੀ। ਤਾਂ ਇਹ ਜਿਹੜੀ ਮਾਇਆ ਦੀ ਭੱਜ ਦੌੜ ਹੈ ਨਾ, ਇਹਦੇ ਤੋਂ ਸਾਨੂੰ ਥੋੜ੍ਹਾ ਜਿਹਾ ਸੰਕੋਚ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਜੀਵਨ ਵੱਲ ਵੇਖਣਾ ਚਾਹੀਦਾ ਹੈ, ਆਪਣੇ ਮੂਲ ਦੇ ਨਾਲ, ਅਸਰੇ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਗੁਰਮਤਿ ਦੀ ਜਿਹੜੀ ਸਾਡੀ ਲਾਈਨ ਹੈ ਉਹਨੂੰ ਬਿਲਕੁਲ ਨਹੀਂ ਛੱਡਣਾ ਚਾਹੀਦਾ, ਪਰਮਾਤਮਾ 'ਤੇ ਭਰੋਸਾ ਰੱਖਣਾ ਚਾਹੀਦਾ ਹੈ।
ਔਰ ਨਾਲ ਦੀ ਨਾਲ ਇਹਦੇ ਵਿੱਚ ਇੱਕ ਮੈਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਸਿੰਘ ਸਭਾਵਾਂ ਦੀਆਂ ਜਾਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਗੁਣਵਾਨ ਰਾਗੀਆਂ ਦੀ, ਗ੍ਰੰਥੀਆਂ ਦੀ, ਕਥਾਵਾਚਕਾਂ ਦੀ ਉਹ ਕਦਰ ਪਾਉਣ ਔਰ ਉਹਨਾਂ ਦਾ ਹਰ ਪੱਖੋਂ ਉਹਨਾਂ ਦੇ ਆਰਥਿਕ ਪੱਖ ਦਾ ਪੂਰਾ ਖਿਆਲ ਰੱਖਣ ਕਿ ਸਾਡਾ ਗ੍ਰੰਥੀ, ਸਾਡਾ ਰਾਗੀ ਜਾਂ ਸਾਡਾ ਕਥਾਵਾਚਕ ਇਹ ਜਿੰਨੀ ਅਸੀਂ ਇਹਨੂੰ ਤਨਖਾਹ ਦੇ ਰਹੇ ਹਾਂ ਇਹਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਜੇ ਨਹੀਂ ਹੋ ਰਹੀਆਂ ਤੇ ਉਹਦੇ ਵੱਲ ਉਹਨਾਂ ਨੂੰ ਧਿਆਨ ਦੇਣਾ ਜ਼ਰੂਰੀ ਬਣਦਾ ਹੈ, ਤਾਂ ਕਿ ਜਿਹੜਾ ਗੁਰੂ ਗ੍ਰੰਥ ਘਰ ਦਾ ਵਜ਼ੀਰ ਹੈ, ਗੁਰੂ ਦੀ ਗੋਦ ਦੇ ਵਿੱਚ ਬਹਿ ਕੇ ਤੁਹਾਨੂੰ ਗੁਰੂ ਦੀ ਬਾਣੀ ਸੁਣਾਉਂਦਾ ਹੈ, ਤੁਹਾਨੂੰ ਗੁਰੂ ਦੇ ਨਾਲ ਜੋੜਦਾ ਹੈ ਤੇ ਤੁਹਾਡੇ ਜੀਵਨ ਸਫਲ ਹੁੰਦਾ ਹੈ ਤੇ ਐਡਾ ਵੱਡਾ ਉਪਕਾਰ ਕਰ ਰਿਹਾ ਹੈ ਤੇ ਉਸ ਬੰਦੇ ਦੀਆਂ ਲੋੜਾਂ ਉਹ ਪੂਰੀਆਂ ਕਰਨ ਵਾਸਤੇ ਗੁਰੂ ਦਾ ਦਰ ਛੱਡ ਕੇ ਤੇ ਕਿਤੇ ਹੋਰ ਪਾਸੇ ਝਾਕ ਰੱਖੇ ਜਾਂ ਉਹ ਰਸਤਾ ਬਦਲਣ ਦੀ ਉਹਦੇ ਮਨ 'ਚ ਕੋਈ ਵਿਚਾਰ ਆ ਜੇ, ਇਹ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਕਮੇਟੀਆਂ ਨੂੰ, ਪ੍ਰਬੰਧਕ ਕਮੇਟੀਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗੁਰੂ ਦੀ ਬਾਣੀ ਸੁਣਾਉਣ ਵਾਲੇ ਨੂੰ ਗੁਰੂ ਦੀ ਗੋਦ ਵਿੱਚ ਗੁਰੂ ਦਾ ਜਿਹੜਾ ਵਜ਼ੀਰ ਹੈ ਬਹਿੰਦਾ ਹੈ ਉਹਦਾ ਸਤਿਕਾਰ ਕਰਨਾ ਚਾਹੀਦਾ, ਉਹਦੀਆਂ ਲੋੜਾਂ ਵੱਲ, ਉਹਦੇ ਬੱਚਿਆਂ ਦੀਆਂ ਪੜ੍ਹਾਈਆਂ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹ ਕਿਤੇ ਝਾਕ ਹੋਰ ਨਾ ਰਵੇ ਉਹਦੀ। ਬਿਲਕੁਲ ਜੀ। ਇਹ ਸਨ ਮੇਰੇ ਨਾਲ ਸਰਦਾਰ ਪਿਆਰਾ ਸਿੰਘ ਜੀ, ਪ੍ਰਿੰਸੀਪਲ ਗੁਰਮਤਿ ਬਾਲ ਵਿਦਿਆਲਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਰਿਸ਼ੀਕੇਸ਼, ਜਿਹੜੇ ਕਿ ਸੰਗਤ ਜੀ ਆਪ ਜੀ ਦੇ ਨਾਲ ਸਾਂਝ ਪਾ ਰਹੇ ਸੀ। ਔਰ ਵੀਰ ਜੀ ਉਹਨਾਂ ਨੇ ਜਿੱਥੇ ਸਾਨੂੰ ਗੁਰਮਤਿ ਵਿਦਿਆਲਾ ਰਿਸ਼ੀਕੇਸ਼ ਦੇ ਬਾਰੇ ਖੂਬ ਸਾਰੀ ਜਾਣਕਾਰੀ ਦਿੱਤੀ ਹੈ, ਨਾਲ ਦੀ ਨਾਲ ਹੀ ਉਹਨਾਂ ਨੇ ਬੱਚਿਆਂ ਦੀ ਕਿਵੇਂ ਘਾਟ ਘੜਨੀ ਹੈ, ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ, ਔਰ ਪ੍ਰਬੰਧਕ ਕਮੇਟੀਆਂ ਦੀ ਇੱਕ ਬੇਨਤੀ ਵੀ ਕੀਤੀ ਹੈ। ਔਰ ਮੈਂ ਵੀ ਉਸ ਬੇਨਤੀ ਦੀ ਪ੍ਰੋੜਤਾ ਇੱਥੇ ਇਹ ਕਹਿ ਕੇ ਕਰਦਾ ਵਾਂ ਕਿ ਅੱਜ ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਨਹੀਂ ਜੋੜਾਂਗੇ ਤੇ ਸਾਡੇ ਬੱਚੇ ਗੁਰਮਤਿ ਤੋਂ ਬਹੁਤ ਦੂਰ ਚਲੇ ਜਾਣਗੇ। ਜਿਸ ਤਰ੍ਹਾਂ ਸਾਡੇ ਸਮਾਜ ਨੂੰ ਟੀਚਰਾਂ ਦੀ ਲੋੜ ਹੈ, ਉਸੇ ਤਰ੍ਹਾਂ ਪ੍ਰੀਚਰਾਂ ਦੀ ਵੀ ਲੋੜ ਹੈ। ਸਾਡੇ ਸਮਾਜ ਦੇ ਵਿੱਚ ਜੇਕਰ ਚੰਗੇ ਗ੍ਰੰਥੀ, ਰਾਗੀ, ਪ੍ਰਚਾਰਕ ਹੋਣਗੇ ਤੇ ਤਾਂ ਹੀ ਅਸੀਂ ਆਪਣੇ ਗੁਰੂ ਤੋਂ ਸਿੱਖਿਆਵਾਂ ਲੈ ਕੇ ਬਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ ਦੇ ਮਾਂ ਵਾਕ ਅਨੁਸਾਰ ਆਪਣੇ ਬੱਚਿਆਂ ਨੂੰ ਸਹੀ ਰਸਤੇ ਲਾ ਸਕਦੇ ਹਾਂ। ਕਿਉਂਕਿ ਸਮਾਂ ਬਹੁਤ ਭਿਆਨਕ ਹੈ, ਦਿਨੋਂ ਦਿਨ ਹੋਰ ਖਤਰਨਾਕ ਹੁੰਦਾ ਜਾਂਦਾ ਹੈ। ਔਰ ਉਸ ਸਮੇਂ ਦੇ ਵਿੱਚ ਸਿਰਫ ਸਾਡੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਹੀ ਚੰਗੀ ਸੇਧ ਦੇ ਸਕਦੀ ਹੈ। ਇਹਨਾਂ ਤੋਂ ਜੋ ਤਿਆਰ ਹੋ ਕੇ ਪ੍ਰਚਾਰਕ ਆ ਰਹੇ ਆ, ਉਹ ਧਾਰਮਿਕ ਸਿੱਖਿਆ ਤੁਹਾਡੇ ਬੱਚਿਆਂ ਤੱਕ ਪਹੁੰਚਾਉਣ ਦੇ ਵਾਸਤੇ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਆ ਤੇ ਉਹਨਾਂ ਬੱਚਿਆਂ ਦੇ ਵਾਸਤੇ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਉਹ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰਨੀਆਂ। ਤੇ ਵੀਰ ਜੀ ਤੁਸੀਂ ਗੁਰਮਤਿ ਵਿਚਾਰ ਪ੍ਰੋਗਰਾਮ 'ਚ ਆਏ, ਗੁਰਮਤਿ ਵਿਦਿਆਲਿਆ ਬਾਰੇ ਜਾਣਕਾਰੀ ਦਿੱਤੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਅੱਗੇ ਤੋਂ ਵੀ ਸਾਡੇ ਨਾਲ ਇਸੇ ਤਰ੍ਹਾਂ ਸਾਂਝ ਪਾਉਂਦੇ ਰਹੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।